ਮੇਰਾ ਨਾਮ ਕਮਲ ਹੈ। ਮੈਂ ਦਿਖਣ ਵਿੱਚ ਬਹੁਤ ਸੋਹਣੀ ਸੀ। ਮੇਰੇ ਘਰ ਦੇ ਮੇਰਾ ਵਿਆਹ ਜਲਦੀ ਕਰਵਾਉਣਾ ਚਾਹੁੰਦੇ ਸੀ ਕਿਉਂਕਿ ਮੇਰੇ ਤੋਂ ਛੋਟੀਆਂ 2 ਭੈਣਾਂ ਸਨ। ਮੇਰੇ ਵਿਆਹ ਤੋਂ ਬਾਅਦ ਭੈਣਾਂ ਦਾ ਵਿਆਹ ਕਰਕੇ ਮੇਰਾ ਮਾਂ-ਪਿਓ ਸਾਡੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਸਨ, ਜਿਵੇਂ ਕਿ ਹਰ ਮਿਡਲ ਕਲਾਸ ਪਰਿਵਾਰ ਵਿੱਚ ਸੋਚਿਆ ਜਾਂਦਾ ਹੈ। ਕੁਝ ਦਿਨ ਬਾਅਦ ਮੇਰਾ ਵਿਆਹ ਤੈਅ ਕਰ ਦਿੱਤਾ ਗਿਆ ਸੀ। ਮੇਰਾ ਵਿਆਹ ਪ੍ਰਦੀਪ ਨਾਮ ਦੇ ਮੁੰਡੇ ਨਾਲ ਹੋਇਆ। ਉਸ ਦੇ ਘਰ ਪ੍ਰਦੀਪ ਦਾ ਵੱਡਾ ਭਰਾ, ਭਰਜਾਈ ਅਤੇ ਪਾਪਾ ਸਨ। ਪ੍ਰਦੀਪ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਸੀ। ਵਿਆਹ ਤੋਂ ਬਾਅਦ ਪਰਿਵਾਰ ਤੋਂ ਵਿਛੜਨ ਦਾ ਗਮ ਤਾਂ ਸੀ, ਪਰ ਪਤੀ ਦਾ ਪਿਆਰ ਪਾਉਣ ਦੀ ਖੁਸ਼ੀ ਵੀ ਸੀ। ਮੈਂ ਪਹਿਲੀ ਰਾਤ ਪ੍ਰਦੀਪ ਦਾ ਆਪਣੇ ਕਮਰੇ ਵਿੱਚ ਇੰਤਜ਼ਾਰ ਕਰਦੀ ਰਹੀ, ਪਰ ਉਹ ਕਮਰੇ ਵਿੱਚ ਨਹੀਂ ਆਇਆ। ਕਾਫੀ ਰਾਤ ਹੋ ਗਈ ਸੀ। ਮੈਨੂੰ ਟੈਨਸ਼ਨ ਹੋ ਰਹੀ ਸੀ, ਪਰ ਮੈਂ ਪੁੱਛਦੀ ਵੀ ਤਾਂ ਕਿਸ ਨੂੰ। ਜੇਠ ਜਠਾਣੀ ਤਾਂ ਆਪਣੇ ਕਮਰੇ ਵਿੱਚ ਸਨ। ਵੈਸੇ ਵੀ ਮੈਨੂੰ ਜਠਾਣੀ ਦਾ ਰਵੱਈਆ ਕੁਝ ਸਹੀ ਨਹੀਂ ਲੱਗ ਰਿਹਾ ਸੀ। ਮੈਨੂੰ ਸਹੁਰੇ ਨਾਲ ਗੱਲ ਕਰਨ ਵਿੱਚ ਵੀ ਥੋੜ੍ਹੀ ਮੁਸ਼ਕਿਲ ਲੱਗ ਰਹੀ ਸੀ, ਕਿਉਂਕਿ ਹਜੇ ਮੇਰਾ ਪਹਿਲਾ ਦਿਨ ਹੀ ਸੀ। ਇਸ ਸੋਚ ਵਿਚਾਰ ਵਿੱਚ ਮੇਰੀ ਅੱਖ ਕਦੋਂ ਲੱਗ ਗਈ, ਮੈਨੂੰ ਪਤਾ ਹੀ ਨਹੀਂ ਚੱਲਿਆ। ਸਵੇਰੇ ਉੱਠੀ ਤਾਂ ਨਾਸ਼ਤਾ ਮੈਨੂੰ ਕਮਰੇ ਵਿੱਚ ਹੀ ਮਿਲ ਗਿਆ। ਨਾਸ਼ਤਾ ਕਰਨ ਦਾ ਮਨ ਤਾਂ ਨਹੀਂ ਸੀ, ਪਰ ਫਿਰ ਵੀ ਕਿਸੇ ਤਰ੍ਹਾਂ ਖਾ ਕੇ ਬਰਤਨ ਰੱਖਣ ਦੇ ਬਹਾਨੇ ਕਮਰੇ ਵਿੱਚੋਂ ਬਾਹਰ ਆਈ ਤੇ ਜਠਾਣੀ ਕੋਲ ਜਾ ਕੇ ਪੁੱਛਿਆ ਕਿ ਦੀਦੀ ਪ੍ਰਦੀਪ ਕਿੱਥੇ ਹਨ? ਉਹ ਕੱਲ੍ਹ ਰਾਤ ਕਮਰੇ ਵਿੱਚ ਨਹੀਂ ਆਏ। ਜਠਾਣੀ ਨੇ ਕਿਹਾ, ਮੇਰੇ ਦੱਸਣ ਨਾਲ ਕੁਝ ਨਹੀਂ ਹੋਵੇਗਾ। ਇੱਥੇ ਰਹੇਂਗੀ ਤਾਂ ਹੌਲੀ ਹੌਲੀ ਸਭ ਸਮਝ ਜਾਵੇਂਗੀ। ਆਪਣੀ ਜਠਾਣੀ ਦੇ ਮੂੰਹੋਂ ਇਹ ਸਭ ਸੁਣ ਕੇ ਮੈਂ ਚੁੱਪ ਹੋ ਗਈ। ਉਹਨਾਂ ਤੋਂ ਜ਼ਿਆਦਾ ਕੁਝ ਪੁੱਛਣਾ ਮੈਂ ਠੀਕ ਵੀ ਨਹੀਂ ਸਮਝਿਆ। ਵੈਸੇ ਵੀ ਲੱਗਦਾ ਸੀ ਕਿ ਉਹ ਕੁਝ ਦੱਸਣਾ ਨਹੀਂ ਚਾਹੁੰਦੀ, ਪਰ ਮੈਂ ਅੰਦਰ ਹੀ ਅੰਦਰ ਪਰੇਸ਼ਾਨ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਸਭ ਕੀ ਹੋ ਰਿਹਾ ਹੈ। ਕੁਝ ਦੇਰ ਬਾਅਦ ਮੈਂ ਦੇਖਿਆ ਕਿ ਪ੍ਰਦੀਪ ਘਰ ਆਏ ਤੇ ਆਪਣੀ ਭਾਬੀ ਤੋਂ ਨਾਸ਼ਤਾ ਮੰਗਿਆ। ਫਿਰ ਖਾ ਕੇ ਬਾਹਰ ਨੂੰ ਜਾਣ ਲੱਗੇ। ਮੈਂ ਪ੍ਰਦੀਪ ਨੂੰ ਰੋਕ ਕੇ ਉਸ ਨਾਲ ਗੱਲ ਕਰਨ ਹੀ ਵਾਲੀ ਸੀ, ਪਰ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬਾਹਰ ਚਲੇ ਗਏ। ਮੈਨੂੰ ਘੁਟਨ ਮਹਿਸੂਸ ਹੋਣ ਲੱਗੀ ਸੀ, ਕਿਉਂਕਿ ਮੈਨੂੰ ਕੋਈ ਗੱਲ ਦੱਸ ਨਹੀਂ ਰਿਹਾ ਸੀ। ਮੈਂ ਬਸ ਰੋਈ ਜਾ ਰਹੀ ਸੀ। ਰੋਂਦੀ ਵੀ ਕਿਉਂ ਨਾ, ਇੱਕ ਨਵੀਂ ਵਿਆਹੀ ਕੁੜੀ ਦੀ ਜ਼ਿੰਦਗੀ ਵਿੱਚ ਇਹ ਸਭ ਹੋਵੇਗਾ ਤਾਂ ਉਸ ਕੋਲ ਰੋਣ ਤੋਂ ਬਿਨਾਂ ਹੋਰ ਕੀ ਬਚੇਗਾ। 4 ਦਿਨ ਇਸ ਤਰ੍ਹਾਂ ਹੀ ਲੰਘ ਗਏ, ਪਰ ਪ੍ਰਦੀਪ ਦਾ ਰਵੱਈਆ ਉਸੇ ਤਰ੍ਹਾਂ ਦਾ ਹੀ ਸੀ। ਹਰ ਸਵੇਰੇ ਆਉਂਦੇ ਤੇ ਨਾਸ਼ਤਾ ਕਰਕੇ ਬਾਹਰ ਚਲੇ ਜਾਂਦੇ। ਮੈਂ ਇਹ ਸਭ ਤੋਂ ਥੱਕ ਚੁੱਕੀ ਸੀ। ਹੁਣ ਮੈਨੂੰ ਜਵਾਬ ਚਾਹੀਦਾ ਸੀ। ਇਸ ਲਈ ਮੈਂ ਮਜਬੂਰ ਹੋ ਕੇ ਆਪਣੇ ਸਹੁਰੇ ਕੋਲ ਪ੍ਰਦੀਪ ਬਾਰੇ ਪੁੱਛਣ ਲਈ ਚਲੀ ਗਈ, ਪਰ ਉਹਨਾਂ ਦਾ ਜਵਾਬ ਵੀ ਇਹੀ ਸੀ ਕਿ ਹੌਲੀ ਹੌਲੀ ਸਭ ਸਮਝ ਜਾਵੇਂਗੀ। ਪਰ ਮੈਂ ਸੱਚ ਜਾਣਨਾ ਚਾਹੁੰਦੀ ਸੀ। ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਪਾਪਾ, ਮੈਂ 2-3 ਦਿਨ ਤੋਂ ਇੰਤਜ਼ਾਰ ਕਰ ਰਹੀ ਹਾਂ, ਪਰ ਇਸ ਤੋਂ ਪਹਿਲਾਂ ਕਿ ਮੈਂ ਪ੍ਰਦੀਪ ਨਾਲ ਗੱਲ ਕਰਾਂ ਉਹ ਬਾਹਰ ਚਲੇ ਜਾਂਦੇ ਹਨ। ਮੈਂ ਇਸ ਘਰ ਵਿੱਚ ਉਹਨਾਂ ਲਈ ਹੀ ਆਈ ਹਾਂ। ਪਰ ਮੇਰੇ ਸਹੁਰੇ ਨੇ ਮੈਨੂੰ ਸੱਚਾਈ ਦੱਸਣ ਦੀ ਬਜਾਏ ਗੁੱਸੇ ਵਿੱਚ ਕਿਹਾ, ਹੌਲੀ ਹੌਲੀ ਤੈਨੂੰ ਸਭ ਪਤਾ ਚੱਲ ਜਾਵੇਗਾ। ਇਹ ਸਭ ਸੁਣ ਕੇ ਮੈਂ ਰੋਂਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ। ਹੁਣ ਮੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ। ਮੈਥੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਇਹ ਸਭ ਆਪਣੇ ਪੇਕਿਆਂ ਨੂੰ ਦੱਸ ਦੇਵਾਂਗੀ, ਪਰ ਮੈਂ ਉਹਨਾਂ ਨੂੰ ਇਹ ਸਭ ਦੱਸ ਕੇ ਪਰੇਸ਼ਾਨ ਵੀ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਇਹ ਸਭ ਜਾਣ ਕੇ ਉਹਨਾਂ ਨੂੰ ਬਹੁਤ ਦੁੱਖ ਹੋਣਾ ਸੀ। ਮੈਂ ਸੋਚਿਆ ਕਿ ਚਲੋ ਕੁਝ ਦਿਨ ਹੋਰ ਇੰਤਜ਼ਾਰ ਕਰਦੀ ਹਾਂ, ਹੋ ਸਕਦਾ ਹੈ ਸਭ ਠੀਕ ਹੋ ਜਾਵੇ। ਇੱਕ ਦਿਨ ਮੈਂ ਰਾਤ ਨੂੰ ਸੁੱਤੀ ਪਈ ਸੀ। ਮੈਨੂੰ ਲੱਗਿਆ ਕਿ ਕੋਈ ਕਮਰੇ ਵਿੱਚ ਆਇਆ। ਮੈਂ ਦਰਵਾਜ਼ਾ ਅੰਦਰ ਤੋਂ ਬੰਦ ਨਹੀਂ ਕਰਦੀ ਸੀ, ਕਿਉਂਕਿ ਮੈਨੂੰ ਪ੍ਰਦੀਪ ਦਾ ਇੰਤਜ਼ਾਰ ਰਹਿੰਦਾ ਸੀ ਕਿ ਸ਼ਾਇਦ ਕਿਸੇ ਦਿਨ ਉਹ ਕਮਰੇ ਵਿੱਚ ਆ ਜਾਣ, ਪਰ ਮੇਰਾ ਇੰਤਜ਼ਾਰ ਹੀ ਰਹਿ ਗਿਆ। ਮੇਰੇ ਕਮਰੇ ਵਿੱਚ ਕੋਈ ਆਇਆ ਜ਼ਰੂਰ, ਪਰ ਉਹ ਮੇਰੇ ਪਤੀ ਪ੍ਰਦੀਪ ਨਹੀਂ ਸਨ। ਮੇਰੇ ਤਾਂ ਰੌਂਗਟੇ ਖੜ੍ਹੇ ਹੋ ਗਏ, ਕਿਉਂਕਿ ਇਹ ਕੋਈ ਹੋਰ ਨਹੀਂ, ਇਹ ਤਾਂ ਮੇਰਾ ਸਹੁਰਾ ਸੀ। ਉਹ ਆਉਂਦੇ ਸਾਰ ਹੀ ਮੇਰੇ ਕੋਲ ਮੇਰੇ ਬੈੱਡ 'ਤੇ ਬੈਠ ਗਿਆ। ਉਸਨੂੰ ਦੇਖਦੇ ਹੀ ਮੈਂ ਡਰ ਦੇ ਮਾਰੇ ਉੱਠ ਖੜ੍ਹੀ ਹੋਈ। ਮੈਂ ਹੜਬੜਾਉਂਦੀ ਹੋਈ ਪੁੱਛਿਆ ਕਿ ਪਾਪਾ, ਤੁਸੀਂ ਮੇਰੇ ਕਮਰੇ ਵਿੱਚ ਕੋਈ ਕੰਮ ਸੀ ਤਾਂ ਮੈਨੂੰ ਬੁਲਾ ਲੈਂਦੇ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਤੈਨੂੰ ਆਪਣੇ ਪਤੀ ਦਾ ਪਿਆਰ ਚਾਹੀਦਾ, ਇਸ ਲਈ ਸੋਚਿਆ ਕਿ ਕਿਉਂ ਨਾ ਮੈਂ ਹੀ। ਇਹ ਸੁਣ ਕੇ ਮੈਂ ਗੁੱਸੇ ਵਿੱਚ ਕਿਹਾ, ਪਾਪਾ ਤੁਸੀਂ ਮੇਰੇ ਪਿਓ ਦੇ ਸਮਾਨ ਹੋ, ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਉਹਨਾਂ ਨੇ ਕਿਹਾ, ਮੈਂ ਸਹੀ ਕਹਿ ਰਿਹਾ ਹਾਂ। ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਵੇਗੀ। ਤੈਨੂੰ ਅੰਦਾਜ਼ਾ ਵੀ ਹੈ ਕਿ ਤੇਰਾ ਪਤੀ ਰਾਤ ਨੂੰ ਕਿੱਥੇ ਹੁੰਦਾ ਹੈ, ਤੇਰੇ ਕੋਲ ਕਿਉਂ ਨਹੀਂ ਆਉਂਦਾ? ਤਾਂ ਸੁਣ, ਉਸ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਹੈ ਜੋ ਕਿ ਹੋਰ ਜਾਤ ਦੀ ਹੈ। ਇਸ ਲਈ ਮੈਂ ਪ੍ਰਦੀਪ ਦਾ ਵਿਆਹ ਉਸ ਕੁੜੀ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂ ਗੁੱਸੇ ਵਿੱਚ ਕਿਹਾ ਕਿ ਜੇ ਤੁਹਾਨੂੰ ਪਤਾ ਸੀ ਕਿ ਪ੍ਰਦੀਪ ਕਿਸੇ ਨੂੰ ਹੋਰ ਪਸੰਦ ਕਰਦਾ ਹੈ ਤਾਂ ਤੁਸੀਂ ਉਸ ਦਾ ਵਿਆਹ ਮੇਰੇ ਨਾਲ ਕਰਵਾ ਕੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ? ਤਾਂ ਮੇਰੇ ਸਹੁਰੇ ਨੇ ਕਿਹਾ ਕਿ ਸਮਾਜ ਤੇ ਲੋਕ ਲੱਜ ਦੇ ਡਰ ਤੋਂ, ਕਿਉਂਕਿ ਪ੍ਰਦੀਪ ਦਾ ਵਿਆਹ ਨਾ ਹੋਣ ਕਰਕੇ ਲੋਕ ਗੱਲਾਂ ਕਰਨ ਲੱਗੇ ਸਨ, ਇਸ ਲਈ ਮੈਂ ਪ੍ਰਦੀਪ ਦਾ ਵਿਆਹ ਕਰਵਾ ਦਿੱਤਾ। ਰਹੀ ਗੱਲ ਤੇਰੇ ਇਕੱਲੇਪਨ ਦੀ, ਤਾਂ ਉਹ ਮੈਂ ਦੂਰ ਕਰ ਦਿੰਦਾ ਹਾਂ। ਇਹ ਕਹਿੰਦੇ ਹੋਏ ਉਸਨੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸਨੂੰ ਧੱਕਾ ਮਾਰ ਕੇ ਬੈੱਡ 'ਤੇ ਸੁੱਟ ਦਿੱਤਾ ਤੇ ਘਰੋਂ ਭੱਜ ਆਈ। ਮੈਂ ਕਿਸੇ ਤਰ੍ਹਾਂ ਆਪਣੇ ਪੇਕੇ ਪਹੁੰਚੀ। ਘਰ ਪਹੁੰਚ ਕੇ ਮੈਂ ਰੋਂਦੇ ਹੋਏ ਆਪਣੀ ਮਾਂ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ। ਮੇਰੀ ਮਾਂ ਨੇ ਕਿਹਾ, ਸ਼ਾਂਤ ਰਹਿ, ਜੇ ਲੋਕਾਂ ਨੂੰ ਇਹ ਗੱਲ ਪਤਾ ਚੱਲੇਗੀ ਤਾਂ ਆਪਣੀ ਬਦਨਾਮੀ ਹੋਵੇਗੀ। ਮੈਂ ਕਿਹਾ ਕਿ ਆਪਣੀ ਬਦਨਾਮੀ ਕਿਵੇਂ ਹੋਵੇਗੀ? ਇਸ ਵਿੱਚ ਮੇਰੀ ਕੀ ਗਲਤੀ ਹੈ?
ਪਰ ਮਾਂ ਨੇ ਕਿਹਾ, ਸਾਡੇ ਸਮਾਜ ਵਿੱਚ ਜ਼ਿਆਦਾਤਰ ਕੁੜੀ ਨੂੰ ਹੀ ਗਲਤ ਸਮਝਿਆ ਜਾਂਦਾ ਹੈ, ਇਸ ਲਈ ਤੂੰ ਕਿਸੇ ਨੂੰ ਕੁਝ ਨਾ ਕਹੀਂ। ਕੁਝ ਦਿਨ ਮੈਂ ਉੱਥੇ ਹੀ ਰਹੀ। ਇੱਕ ਦਿਨ ਮਾਂ ਨੇ ਮੈਨੂੰ ਕਿਹਾ ਕਿ ਤੂੰ ਹੁਣ ਸਸੁਰਾਲ ਚਲੀ ਜਾ। ਮੈਂ ਮਾਂ ਵੱਲ ਗੁੱਸੇ ਨਾਲ ਦੇਖਦੇ ਹੋਏ ਕਿਹਾ ਕਿ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਮਾਂ, ਮੈਂ ਸਸੁਰਾਲ ਵਿੱਚ ਕਿਸ ਦੇ ਸਹਾਰੇ ਜਾਵਾਂ। ਤੇਰੇ ਪਾਪਾ ਨੂੰ ਤੇਰੇ ਸਹੁਰੇ ਨੇ ਫ਼ੋਨ ਕਰਕੇ ਕਿਹਾ ਕਿ ਤੂੰ ਉੱਥੋਂ ਭੱਜ ਕੇ ਆਈ ਹੈ, ਪਰ ਮਾਂ ਪਾਪਾ ਨੂੰ ਪੂਰੀ ਸੱਚਾਈ ਨਹੀਂ ਪਤਾ ਹੈ। ਪਰ ਤੁਹਾਨੂੰ ਤਾਂ ਪਤਾ ਹੈ ਨਾ ਮੇਰੇ ਪਤੀ ਅਤੇ ਸਹੁਰੇ ਬਾਰੇ। ਪਰ ਮਾਂ ਨੇ ਕਿਹਾ ਕਿ ਬੇਟਾ, ਜੇ ਤੂੰ ਇੱਥੇ ਰਹੀ ਤਾਂ ਆਪਣੀ ਬਦਨਾਮੀ ਹੋਵੇਗੀ ਅਤੇ ਫਿਰ ਹਜੇ ਤੇਰੀਆਂ ਭੈਣਾਂ ਦੇ ਵਿਆਹ ਵੀ ਕਰਨੇ ਹਨ। ਜੇ ਤੂੰ ਸਸੁਰਾਲ ਛੱਡ ਕੇ ਇੱਥੇ ਰਹੇਂਗੀ ਤਾਂ ਤੇਰੀਆਂ ਭੈਣਾਂ ਦੇ ਵਿਆਹ ਵੀ ਨਹੀਂ ਹੋਣੇ। ਅਸੀਂ ਕਿੰਨਾ ਚਿਰ 3 ਧੀਆਂ ਦਾ ਬੋਝ ਚੁੱਕਾਂਗੇ। ਤੂੰ ਸਸੁਰਾਲ ਚਲੀ ਜਾ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ। ਮੈਂ ਮਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਉਸ ਘਰ ਵਿੱਚ ਦੁਬਾਰਾ ਨਹੀਂ ਜਾਣਾ ਚਾਹੁੰਦੀ, ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ। ਸਭ ਨੂੰ ਮੇਰੇ ਨਾਲੋਂ ਜ਼ਿਆਦਾ ਆਪਣੀ ਇੱਜ਼ਤ ਪਿਆਰੀ ਸੀ। ਮੈਨੂੰ ਸਭ ਨੇ ਉਸ ਨਰਕ ਵਿੱਚ ਜਾਣ ਲਈ ਮਜਬੂਰ ਕੀਤਾ। ਮੈਂ ਘਰੋਂ ਤਾਂ ਚੱਲ ਪਈ, ਪਰ ਰਸਤੇ ਵਿੱਚ ਮੈਂ ਇਰਾਦਾ ਕਰ ਲਿਆ ਕਿ ਨਾ ਤਾਂ ਮੈਂ ਸਸੁਰਾਲ ਜਾਵਾਂਗੀ ਅਤੇ ਨਾ ਹੀ ਪੇਕੇ। ਫਿਰ ਮੈਂ ਆਪਣੀ ਇੱਕ ਸਹੇਲੀ ਨੂੰ ਫ਼ੋਨ ਕੀਤਾ, ਉਸਨੂੰ ਸਭ ਕੁਝ ਸੱਚ ਦੱਸ ਦਿੱਤਾ ਅਤੇ ਉਸ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਮੈਨੂੰ ਆਪਣੇ ਘਰ ਬੁਲਾ ਲਵੇ। ਉਸ ਲਈ ਇਹ ਮੁਸ਼ਕਿਲ ਸੀ ਕਿਉਂਕਿ ਉਸਦਾ ਆਪਣਾ ਪਰਿਵਾਰ ਸੀ, ਪਰ ਮੇਰੇ ਵਾਰ-ਵਾਰ ਕਹਿਣ 'ਤੇ ਉਹ ਮੰਨ ਗਈ ਅਤੇ ਮੈਂ ਆਪਣਾ ਸਮਾਨ ਲੈ ਕੇ ਉਸਦੇ ਘਰ ਚਲੀ ਗਈ। ਮੈਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਿਰ ਮੈਨੂੰ ਇੱਕ ਪ੍ਰਾਈਵੇਟ ਨੌਕਰੀ ਮਿਲ ਗਈ। ਇਸ ਤਰ੍ਹਾਂ ਮੇਰਾ ਖਰਚਾ ਤਾਂ ਚੱਲਣ ਲੱਗਿਆ। ਘਰੋਂ ਨਿਕਲਣ ਵੇਲੇ ਮੈਂ ਜੋ ਗਹਿਣੇ ਪਹਿਨੇ ਹੋਏ ਸਨ ਉਹ ਵੇਚ ਕੇ ਮੈਂ B.Ed ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ। ਮੇਰੀ ਪੜ੍ਹਾਈ ਪੂਰੀ ਹੁੰਦੇ ਮੇਰੀ ਜ਼ਿੰਦਗੀ ਵਿੱਚ ਇੱਕ ਲੜਕਾ ਵੀ ਆਇਆ। ਉਹ ਮੇਰੀ ਸਹੇਲੀ ਦੇ ਮਾਮੇ ਦਾ ਮੁੰਡਾ ਸੀ। ਉਸਦਾ ਨਾਮ ਰੋਹਿਤ ਸੀ। ਉਸਨੇ ਮੈਨੂੰ ਕਈ ਵਾਰ ਦੇਖਿਆ ਸੀ। ਫਿਰ ਮੇਰੇ ਬਾਰੇ ਮੇਰੀ ਸਹੇਲੀ ਤੋਂ ਪੁੱਛਿਆ। ਮੇਰੀ ਸਹੇਲੀ ਨੇ ਉਸਨੂੰ ਮੇਰੇ ਬਾਰੇ ਸਭ ਸੱਚ ਦੱਸ ਦਿੱਤਾ। ਰੋਹਿਤ ਦੀ ਕਹਾਣੀ ਵੀ ਮੇਰੇ ਵਰਗੀ ਹੀ ਸੀ। ਉਹ ਵੀ ਵਿਆਹ ਤੋਂ ਬਾਅਦ ਧੋਖਾ ਖਾ ਚੁੱਕਿਆ ਸੀ ਅਤੇ ਤਲਾਕਸ਼ੁਦਾ ਸੀ। ਸ਼ਾਇਦ ਉਹ ਮੈਨੂੰ ਪਸੰਦ ਕਰਨ ਲੱਗਿਆ ਸੀ। ਫਿਰ ਇੱਕ ਦਿਨ ਉਸਨੇ ਮੈਨੂੰ ਇਸ ਬਾਰੇ ਪੁੱਛ ਹੀ ਲਿਆ। ਮੈਨੂੰ ਵੀ ਇੱਕ ਸਾਥੀ ਦੀ ਜ਼ਰੂਰਤ ਸੀ, ਇਸ ਲਈ ਮੈਂ ਵੀ ਹਾਂ ਕਰ ਦਿੱਤੀ। ਪਰ ਰੋਹਿਤ ਦੇ ਪਰਿਵਾਰ ਵਾਲੇ ਸਾਡੇ ਰਿਸ਼ਤੇ ਬਾਰੇ ਜਾਣ ਕੇ ਖੁਸ਼ ਨਹੀਂ ਸਨ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਕੁੜੀ ਦਾ ਕੋਈ ਪਰਿਵਾਰ ਨਹੀਂ ਹੈ। ਪਰ ਰੋਹਿਤ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਉਸਨੇ ਮੇਰੇ ਨਾਲ ਮਿਲ ਕੇ ਪ੍ਰਦੀਪ ਤੋਂ ਮੇਰਾ ਤਲਾਕ ਕਰਵਾਇਆ ਅਤੇ ਫਿਰ ਅਸੀਂ ਵਿਆਹ ਕਰਵਾ ਲਿਆ। ਮੈਂ ਅਤੇ ਰੋਹਿਤ ਦੂਸਰੇ ਘਰ ਵਿੱਚ ਸ਼ਿਫਟ ਹੋ ਗਏ। ਰੋਹਿਤ ਵੀ ਵਧੀਆ ਨੌਕਰੀ ਕਰਦੇ ਸਨ ਅਤੇ ਕੁਝ ਸਮੇਂ ਬਾਅਦ ਮੈਨੂੰ ਵੀ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ। ਹੁਣ ਅਸੀਂ ਦੋਨੋਂ ਇਕੱਠੇ ਖੁਸ਼ ਸੀ। ਕੁਝ ਸਮੇਂ ਬਾਅਦ ਰੋਹਿਤ ਦੇ ਘਰਦਿਆਂ ਨੇ ਵੀ ਸਾਨੂੰ ਅਪਣਾ ਲਿਆ। ਅਸੀਂ ਦੋਨੋਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ, ਪਰ ਇੱਕ ਗੱਲ ਹਮੇਸ਼ਾ ਦਿਲ ਵਿੱਚ ਰਹਿੰਦੀ ਕਿ ਜੇ ਮਾਂ ਨੇ ਮੇਰਾ ਸਾਥ ਦਿੱਤਾ ਹੁੰਦਾ ਤਾਂ ਸ਼ਾਇਦ ਮੈਨੂੰ ਇੰਨਾ ਸਭ ਸਹਿਣਾ ਨਾ ਪੈਂਦਾ। ਕਿ ਸਮਾਜ ਦਾ ਡਰ, ਆਪਣੀ ਇੱਜ਼ਤ, ਬੱਚਿਆਂ ਦੀ ਜ਼ਿੰਦਗੀ ਤੋਂ ਜ਼ਿਆਦਾ ਜ਼ਰੂਰੀ ਹੁੰਦੇ ਹਨ। ਕਿਸੇ ਵੀ ਦੁੱਖ ਵਿੱਚ ਆਪਣਿਆਂ ਦਾ ਸਾਥ ਬਹੁਤ ਜ਼ਰੂਰੀ ਹੈ। ਹੁਣ ਭਾਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ, ਪਰ ਆਪਣਿਆਂ 'ਤੇ ਭਰੋਸਾ ਖਤਮ ਹੋ ਚੁੱਕਿਆ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।